ਸਰਦਾਰ ਹੁਕਮ ਸਿੰਘ ਦਾ ਮਿਲਾਪ। ਜ਼ਿਲ੍ਹਾ ਜਲੰਧਰ ਵਿਖੇ ਥਾਨ ਸਿੰਘ ਦੀ ਕੋਟਲੀ ਪਿੰਡ ਬੜਾ ਹੀ ਉੱਘਾ ਹੈ। ਇਸ ਪਿੰਡ ਵਿੱਚ ਜ਼ਿਮੀਂਦਾਰ ਘਰਾਣੇ ਵਿੱਚ 5 ਭਰਾ ਸਰਦਾਰ ਹਾਕਮ ਸਿੰਘ ਜੀ, ਸਰਦਾਰ ਚੰਦਾ ਸਿੰਘ ਜੀ ਤੇ ਸਰਦਾਰ ਕਨ੍ਹਈਆ ਸਿੰਘ ਜੀ ਆਦਿ ਵਸਦੇ ਹਨ। ਇਹਨਾਂ ਦੇ ਦਵਾਬਾਬਾਦ ਸਰਵਿਸ ਵਿੱਚ ਵੀ ਮੁਕੰਮਲ ਸ਼ੇਰ ਸਨ ਤੇ ਮਾਇਆ ਕਰਕੇ ਚੰਗੀ ਜ਼ਿੰਦਗੀ ਬਸਰ ਕਰਦੇ ਸਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕਿਸੇ ਪੁਰਖ ਦੇ ਕੋਈ ਪੂਰਬਲੇ ਕਰਮ ਜਾਗ ਪੈਂਦੇ ਹਨ ਤਾਂ ਕੋਈ ਨਾ ਕੋਈ ਪੂਰਨ ਪੁਰਖ ਮਿਲ ਹੀ ਜਾਂਦਾ ਹੈ, ਜਿਸ ਕਰਕੇ ਇਸ ਜੀਵਨ ਦੇ ਬੰਧਨ ਕੱਟੇ ਜਾਂਦੇ ਹਨ। ਪੂਰਨ ਪੁਰਖ ਕਈ ਕਾਰਨਾਂ ਦੁਆਰਾ ਹੀ ਮਿਲਦੇ ਹਨ। ਵਿਦਵਾਨਾਂ ਨੇ ਸਿੱਖੀ 5 ਪ੍ਰਕਾਰ ਦੀ ਕਥਨ ਕੀਤੀ ਹੈ। ਪਹਿਲੀ ਦੇਖਾ ਦੇਖੀ ਦੀ ਸਿੱਖੀ, ਦੂਜੀ ਹਿਰਸ ਦੀ ਸਿੱਖੀ, ਤੀਸਰੀ ਸਿਦਕ ਦੀ ਸਿੱਖੀ, ਚੌਥੀ ਪ੍ਰੇਮ ਦੀ ਸਿੱਖੀ ਅਤੇ ਪੰਜਵੀਂ ਅਭੇਦ ਦੀ ਸਿੱਖੀ। ਇਸ 5 ਪ੍ਰਕਾਰ ਦੀ ਸਿੱਖੀ ਵਿੱਚੋਂ ਜੋ ਦੂਸਰੇ ਦਰਜੇ ਦੀ ਹਿਰਸ ਦੀ ਸਿੱਖੀ ਹੈ, ਉਸ ਨੂੰ ਧਾਰਨ ਕਰਕੇ ਸਰਦਾਰ ਹੁਕਮ ਸਿੰਘ ਜੀ ਸੰਤ ਮਹਾਰਾਜ ਦੇ ਚਰਨਾਂ ਵਿੱਚ ਆਏ। ਆਪਣੇ ਘਰ ਦੀ ਸੁਸ਼ੀਲ ਇਸਤਰੀ ਵੱਲੋਂ ਨਫ਼ਰਤ ਹੋ ਗਈ ਸੀ, ਇੱਥੋਂ ਤੱਕ ਕਿ ਜੋ ਆਪਣੇ ਘਰ ਦੀ ਤ੍ਰੀਮਤ ਤੋਂ ਪੁੱਤਰ ਪੈਦਾ ਹੋਇਆ, ਉਸ ਪੁੱਤਰ ਤੋਂ ਵੀ ਨਫ਼ਰਤ ਕਰਨ ਲੱਗ ਪਿਆ ਕਿ ਇਹ ਕਾਲੇ ਰੰਗ ਦਾ ਪੁੱਤਰ ਮੈਨੂੰ ਚੰਗਾ ਨਹੀਂ ਲੱਗਦਾ। ਆਪਣੇ ਪੁੱਤਰ ਨੂੰ 5ਵੀਂ ਜਾਂ 6ਵੀਂ ਜਮਾਤ ਵਿੱਚ ਹੀ ਕਾਰਪੈਂਟਰ ਭਾਵ ਲੱਕੜੀ ਦੇ ਕੰਮ ਵਿੱਚ ਲਗਾ ਦਿੱਤਾ, ਜਿੱਥੇ ਕਿ ਪੜ੍ਹਾਈ ਵੀ ਸੀ ਪਰ ਕਾਰਪੈਂਟਰੀ ਦਾ ਕੰਮ ਜ਼ਿਆਦਾ ਸਿਖਾਇਆ ਜਾਂਦਾ ਸੀ। ਇਸ ਹੋਣਹਾਰ ਬੱਚੇ ਦਾ ਜਦੋਂ ਪਰਾਲਬਧ ਕਰਮ ਜਾਗਿਆ ਤਾਂ ਪੂਰਾ ਕੰਮ ਸਿੱਖ ਕੇ ਅਤੇ ਪੜ੍ਹਾਈ ਕਰਕੇ ਆਲ ਇੰਡੀਆ ਰੇਲਵੇ ਵਿੱਚ ਨੌਕਰੀ ਕਰਨ ਲੱਗ ਪਿਆ। ਮਿਸਤਰੀਆਂ ਵਿੱਚੋਂ ਅੱਜ ਇਹ ਬੜੀ ਚੰਗੀ ਪੋਜੀਸ਼ਨ ਤੇ ਹਨ ਤੇ ਮਾਇਆ ਕਰਕੇ ਭਰਪੂਰ ਹਨ। ਮੇਰਾ ਭਾਵ ਕਹਿਣ ਦਾ ਹੈ ਕਿ ਇਹ ਸਭ ਕੁਝ ਸੰਤਾਂ ਦੀ ਕਿਰਪਾ ਨਾਲ ਹੋਇਆ। ਜਦੋਂ ਪਹਿਲੇ ਪਹਿਲ ਸੰਤਾਂ ਦੀ ਹਜ਼ੂਰੀ ਵਿੱਚ ਆਏ ਸਨ ਤਾਂ ਦਾਸ ਲਿਖਾਰੀ ਨੂੰ ਜ਼ਿਆਦਾਤਰ ਮਿਲਦੇ ਸਨ। ਮੇਰੇ ਪਾਸ ਆਪਣੀ ਸਾਰੀ ਦਿਲ ਦੀ ਗੱਲ ਕਰ ਦਿੰਦੇ ਸਨ। ਕਦੇ ਕਦੇ ਸਰਦਾਰ ਜੀ ਬਹੁਤ ਉਦਾਸ ਹੋ ਜਾਂਦੇ, ਬਲਕਿ ਰੋਂਦੇ ਰਹਿੰਦੇ ਸਨ। ਦਾਸ ਸਰਦਾਰ ਜੀ ਨੂੰ ਬੜੀ ਧੀਰਜ ਦੇ ਬਚਨ ਸੁਣਾ ਕੇ ਫਿਰ ਧੀਰਜ ਬਣਾ ਦਿੰਦਾ ਸੀ। ਦਾਸ ਨੇ ਸਰਦਾਰ ਜੀ ਨੂੰ ਸੰਤਾਂ ਵੱਲੋਂ ਉਦਾਸ ਨਹੀਂ ਹੋਣ ਦਿੱਤਾ, ਬਲਕਿ ਸਰਦਾਰ ਦੇ ਚਿੱਤ ਵਿੱਚ ਸੰਤਾਂ ਦਾ ਪ੍ਰੇਮ ਸਿਦਕ ਭਾਵਨੀ ਪੈਦਾ ਕਰ ਦਿੱਤੀ। ਇੱਥੇ ਲਿਆ ਖੜਾ ਕੀਤਾ ਕਿ ਸੰਤਾਂ ਦਾ ਲੜ ਨਾ ਛੱਡੀ, ਜੋ ਤੇਰੀ ਇੱਛਾ ਹੋਵੇਗੀ ਸੋ ਤੂੰ ਸੰਤਾਂ ਪਾਸੋਂ ਪ੍ਰਾਪਤ ਕਰ ਲਵੇਂਗਾ। ਹੁਣ ਸਰਦਾਰ ਹੁਕਮ ਸਿੰਘ ਜੀ ਸੰਤਾਂ ਪਰ ਦ੍ਰਿੜ ਵਿਸ਼ਵਾਸੀ ਹੋ ਗਏ। ਹਰ ਹਫ਼ਤੇ ਸੰਤਾਂ ਦੇ ਚਰਨਾਂ ਵਿੱਚ ਆਉਣਾ ਤੇ ਸੰਤਾਂ ਦੇ ਚਰਨਾਂ ਦੀ ਸੇਵਾ ਕਰਨੀ, ਸੰਤਾਂ ਦੀ ਮੁੱਠੀ ਚਾਪੀ ਕਰਨੀ, ਲੰਗਰ ਵਿੱਚ ਵੀ ਜਿਤਨੀ ਹੋ ਸਕੇ ਸੇਵਾ ਕਰਨੀ। ਇੱਕ ਦਿਨ ਸਰਦਾਰ ਹੁਕਮ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਸੁਣਿਆ, ਧੰਨ ਧੰਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧੰਨ ਧੰਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸ਼੍ਰਵਣੀ ਸੁਣਤਿਆ। ਧੰਨ ਧੰਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧੰਨ ਧੰਨ ਭਾਗ ਤਿਨਾ ਗੁਰ ਸਿੱਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਇਹ ਸੁਣ ਕੇ ਸਰਦਾਰ ਹੁਕਮ ਸਿੰਘ ਜੀ ਨੇ ਕਿਹਾ, ਮਹਾਰਾਜ ਇਹ ਕੀ ਕਾਰਨ ਹੈ ਕਿ ਗੁਰਸਿੱਖਾਂ ਦੇ ਭਾਗਾਂ ਨੂੰ ਸਤਿਗੁਰੂ ਜੀ ਨੇ ਸਲਾਹਿਆ ਹੈ। ਸੰਤਾਂ ਨੇ ਕਿਹਾ ਕਿ ਸਰਦਾਰ ਹੁਕਮ ਸਿੰਘ ਜੀ, ਇੱਕ ਗੁਰੂ ਕੇ ਸਿੱਖ ਵਿੱਚ ਇਹ ਸਾਰੇ ਗੁਣ ਆ ਜਾਂਦੇ ਹਨ। ਗੁਰਸਿੱਖ ਭਗਤ ਜਨ ਵੀ ਹੁੰਦਾ ਹੈ, ਸੰਤ ਵੀ ਗੁਰਸਿੱਖ ਹੁੰਦਾ ਹੈ, ਸਾਧਾਂ ਵਾਲੇ ਗੁਣ ਵੀ ਗੁਰਸਿੱਖਾਂ ਵਿੱਚ ਹਨ। ਇੱਕ ਗੁਣ ਇਹਨਾਂ ਨਾਲੋਂ ਜ਼ਿਆਦਾ ਹੁੰਦਾ ਹੈ। ਇਤਨੇ ਗੁਣ ਹੁੰਦਿਆਂ ਵੀ ਗੁਰੂ ਦੀ ਚਰਨੀ ਆਪਾਂ ਭਾਵ ਤਿਆਗ ਕੇ ਪਿਆ ਰਹਿੰਦਾ ਹੈ। ਜੈਸੇ ਕਿ ਭਾਈ ਪਾਰੂ ਜੁਲਕੇ ਨੇ ਡੱਲੇ ਪਿੰਡ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਪਾਸ ਬੇਨਤੀ ਕੀਤੀ ਕਿ ਗਰੀਬ ਨਵਾਜ ਜੀਓ, ਪਰਮਹੰਸ ਕਿਸ ਨੂੰ ਆਖਦੇ ਹਨ? ਤਾਂ ਗੁਰੂ ਅੰਗਦ ਦੇਵ ਜੀ ਨੇ ਭਾਈ ਪਾਰੋ ਨੂੰ ਪਰਮਹੰਸ ਹੋਣ ਦਾ ਉਪਦੇਸ਼ ਦਿੱਤਾ ਕਿ ਭਾਈ ਪਾਰੋ ਜੀ ਪਰਮਹੰਸ ਮਾਨ ਸਰੋਵਰ ਪਰ ਰਹਿੰਦੇ ਹਨ। ਹੀਰਾ ਮੋਤੀ ਪਰਮਹੰਸਾਂ ਦਾ ਖਾਣਾ ਹੈ। ਜੈਸੇ ਬਾਣੀ ਦਾ ਫਰਮਾਨ ਹੈ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਇਹ ਇੱਕ ਪਰਮਹੰਸ ਹਨ। ਦੂਸਰਾ ਲਸਣ ਹੈ, ਜਦੋਂ ਪਰਮਹੰਸ ਨੂੰ ਦੁੱਧ ਪਾਈਏ ਤਾਂ ਪਰਮਹੰਸ ਪਹਿਲਾਂ ਆਪਣੀ ਚੁੰਝ ਨੂੰ ਦੁੱਧ ਵਿੱਚ ਲਾਉਂਦਾ ਹੈ ਤਾਂ ਦੁੱਧ ਫੁੱਟਾਂ ਦੇ ਰੂਪ ਵਿੱਚ ਵੱਖ ਹੋ ਜਾਂਦਾ ਹੈ
ਤੇ ਪਾਣੀ ਅਲੱਗਾ ਹੋ ਜਾਂਦਾ ਹੈ। ਤਾਂ ਫਿਰ ਪਰਮਹੰਸ ਪਾਣੀ ਦਾ ਤਿਆਗ ਕਰਕੇ ਦੁੱਧ ਖਾ ਲੈਂਦਾ ਹੈ। ਤੈਸਾ ਹੀ ਪਰਮਹੰਸ ਅਵਸਥਾ ਵਾਲਾ ਗੁਰਸਿੱਖ ਸਦਾ ਵਾਸਤੇ ਸਾਧ ਸੰਗਤ ਰੂਪ ਮਾਨ ਸਰੋਵਰ ਵਿੱਚੋਂ ਸੁਣਨ ਮੰਨਣ ਨਿਧਿਆਸਣ ਦੀ ਪ੍ਰਾਪਤੀ ਕਰ ਲੈਂਦੇ ਹਨ। ਪ੍ਰੇਮ ਰੂਪੀ ਲਾਲ ਦੀ ਪ੍ਰਾਪਤੀ ਕਰ ਲੈਂਦੇ ਹਨ। ਨਾਮ ਰੂਪੀ ਹੀਰੇ ਪ੍ਰਾਪਤ ਕਰ ਲੈਂਦੇ ਨੇ। ਸਾਖਿਆਤਕਾਰ ਬ੍ਰਹਮ ਗਿਆਨੀ ਰੂਪੀ ਜਵਾਹਰ ਪ੍ਰਾਪਤ ਕਰ ਲੈਂਦੇ ਹਨ। ਤੇ ਸਾਧ ਸੰਗਤ ਮਾਨ ਸਰੋਵਰ ਵਿੱਚੋਂ ਗੁਰੂ ਸ਼ਬਦ ਮਾਨਕ ਹੀਰੇ ਵੱਤ ਪ੍ਰਾਪਤ ਕਰਕੇ ਇਸ ਸ਼ਬਦ ਦਾ ਅਭਿਆਸ ਕਰਕੇ ਵਿਵੇਕ ਬੁੱਧੀ ਦੀ ਪ੍ਰਾਪਤੀ ਕਰ ਲੈਂਦੇ ਹਨ, ਜਿਸ ਦੁਆਰਾ ਸਰੀਰ ਜੋ ਅਨਾਤਮ ਦੁੱਖ ਰੂਪ ਜੜ ਹੈ, ਸੋ ਆਤਮਾ ਜੋ ਸਤ ਚਿਤ ਆਨੰਦ ਸਰੂਪ ਦੇ ਨਾਲ ਅਗਿਆਨਤਾ ਦੇ ਕਾਰਨ ਇੱਕਮਿਕ ਹੋ ਕੇ ਰਲ ਗਿਆ ਹੈ। ਇਸ ਵਿਵੇਕ ਬੁੱਧੀ ਦੇ ਵਿਚਾਰ ਰੂਪ ਚੁੰਝ ਨਾਲ ਇਹਨਾਂ ਨੂੰ ਭਿੰਨ ਭਿੰਨ ਨਿਸ਼ਚੇ ਕਰਕੇ ਜੋ ਪਾਣੀ ਦੀ ਨਿਆਈ ਸਰੀਰ ਅਨਾਤਮ ਹੈ, ਜਿਸ ਵਿੱਚ ਜੰਮਣ ਮਰਨ ਦਾ ਦੋਸ਼ ਅਤੇ ਸੂਖਮ ਸਰੀਰ ਭਾਵ ਅੰਤਹਿਕਰਨ ਮਨ ਦੇ ਦੋ ਦੋਸ਼, ਦੁੱਖ ਤੇ ਸੁਖ ਅਤੇ ਪ੍ਰਾਣਾਂ ਦੇ ਦੋ ਦੋਸ਼, ਸੁਧਾ ਭੁੱਖ ਤੇ ਪਿਆਸ, ਇਹਨਾਂ ਸਾਰਿਆਂ ਦਾ ਤਿਆਗਣ ਕਰਕੇ ਜੋ ਇਹਨਾਂ ਦਾ ਸਾਖੀ ਰੂਪ ਚੇਤਨ ਆਤਮਾ ਸਤ ਚਿਤ ਆਨੰਦ ਸਰੂਪ ਹੈ, ਇਸ ਨਿਸ਼ਚੇ ਕਰਕੇ ਸਥਿਤ ਹੋ ਜਾਂਦਾ ਹੈ। ਇਹ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਨੂੰ ਸੁਣ ਕੇ ਮੰਨਣ ਕਰਕੇ ਤੇ ਨਿਧਿਆਸਨ ਕਰਕੇ ਸਾਖਿਆਤਕਾਰ ਬ੍ਰਹਮ ਦਾ ਨਿਸ਼ਚਾ ਕਰਕੇ ਤੁਰੀ ਅਵਸਥਾ ਵਿੱਚ ਲੀਨ ਹੋ ਗਿਆ। ਇਤਨਾ ਲੀਨ ਹੋ ਗਿਆ ਕਿ ਗੁਰੂ ਜੋਤੀ ਨਾਲ ਅਭੇਦ ਹੋ ਗਿਆ। ਫਿਰ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਭਾਈ ਪਾਰੋ ਜੀ ਨੇ ਪੁੱਛਿਆ ਕਿ ਜੋ ਗੁਰਬਾਣੀ ਕਹਿੰਦੀ ਹੈ ਕਿ ਧਰਤ ਪਤਾਸ ਅਕਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਇਹ ਕੀ ਅਵਸਥਾ ਹੈ? ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਗੁਰਸਿੱਖ ਨੂੰ ਜਗਿਆਸੂ ਨੂੰ ਜੋ ਵਾਹਿਗੁਰੂ ਨਾਮ ਹੈ ਉਹ ਪਹਿਲਾਂ ਗੁਰਸਿੱਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਭਾਵ ਗੁਰਸਿੱਖ ਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਧਿਆਉਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਸ਼ਬਦ ਵਾਹਿਗੁਰੂ ਮੰਤਰ ਹਰੇਕ ਥਾਂ ਤੋਂ ਸੁਣ ਲੱਗ ਪੈਂਦਾ ਹੈ, ਜਿਵੇਂ ਕਿ ਆਕਾਸ਼ ਵਿੱਚੋਂ ਵੀ ਸੁਣਦਾ ਹੈ, ਧਰਤੀ ਵਿੱਚੋਂ ਵੀ ਸੁਣਦਾ ਹੈ ਔਰ ਪਤਾਲ ਵਿੱਚੋਂ ਵੀ ਸੁਣਦਾ ਹੈ, ਹਰ ਜਗ੍ਹਾ ਤੋਂ ਵਾਹਿਗੁਰੂ ਮੰਤਰ ਸੁਣਦਾ ਹੈ, ਤਾਂ ਇਸ ਨੂੰ ਇਹ ਗੁਰਬਾਣੀ ਜਿਹੜੀ ਹੈ ਇਹ ਮੋਹਰ ਲਾ ਰਹੀ ਹੈ ਵੀ ਇਹ ਅਵਸਥਾ ਹੈ। ਤਾਂ ਭਾਈ ਪਾਰੋ ਜੀ ਕਹਿਣ ਲੱਗੇ ਵੀ ਸਤਿਗੁਰੂ ਜੀ ਮੈਨੂੰ ਇਹ ਸੁਣਦਾ ਹੈ, ਹੁਣ ਇਸ ਤੋਂ ਅਗਲੀ ਅਵਸਥਾ ਕੀ ਹੈ? ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਸ ਤੋਂ ਅਗਲੀ ਅਵਸਥਾ ਤਾਂ ਗੁਰੂ ਦੀ ਹੈ, ਤੂੰ ਇਹ ਇੰਜ ਕਰ ਵੀ ਹੁਣ ਤੂੰ ਆਪਣਾ ਸਰੀਰ ਛੱਡ ਕੇ ਸਾਡੇ ਵਿੱਚ ਅਭੇਦ ਹੋ ਜਾ, ਸਾਡਾ ਸਰੂਪ ਧਾਰਨ ਕਰ ਜਾ, ਭਾਵ ਅਸੀਂ ਸਰੀਰ ਛੱਡ ਦਿੰਨੇ ਆ ਤੇ ਤੂੰ ਗੁਰਗੱਦੀ ਜਿਹੜੀ ਹੈ ਚੌਥੇ ਪਾਤਸ਼ਾਹ ਰੂਪ ਦੇ ਵਿੱਚ ਪ੍ਰਾਪਤ ਕਰ ਲੈ। ਤਾਂ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਨਹੀਂ, ਮੈਂ ਸਿੱਖ ਹਾਂ ਅਤੇ ਮੈਂ ਸਿੱਖ ਹੀ ਰਹਾਂਗਾ ਔਰ ਮੇਰੇ ਮਨ ਦੀ ਇੱਛਾ ਸਿੱਖ ਹੀ ਰਹਿਣ ਦੀ ਹੈ, ਸੋ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਅਤੇ ਸਿੱਖੀ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਜੀ ਨੇ ਖੁਸ਼ ਹੋ ਕੇ ਭਾਈ ਪਾਰੋ ਨੂੰ ਆਪਣਾ ਗੁਰੂ ਰੂਪ ਪੁਸ਼ਾਕਾ ਭਾਈ ਪਾਰੋ ਜੀ ਨੂੰ ਦਿੱਤਾ, ਆਪਣੇ ਹੱਥ ਦੀ ਛੋਟੀ ਬਖਸ਼ੀ, ਆਪਣੇ ਇੱਕ ਘੋੜੀ ਬਖਸ਼ਿਸ਼ ਕੀਤੀ ਔਰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਹ ਪੁਸ਼ਾਕਾ ਪਹਿਨ ਕੇ ਘੋੜੀ ਤੇ ਚੜ੍ਹ ਕੇ ਹੱਥ ਵਿੱਚ ਇਹ ਛੋਟੀ ਫੜ ਕੇ ਤੇ ਫਿਰ ਤੂੰ ਸਾਡੀ ਹਜ਼ੂਰੀ ਵਿੱਚ ਆਇਆ ਕਰ। ਸੋ ਇਹ ਬਚਨ ਭਾਈ ਪਾਰੋ ਜੀ ਨੇ ਅਟਲ ਕਰਕੇ ਮੰਨਿਆ। ਆਪ ਜੀ ਵਾਰ ਤੋਂ ਵਾਪਸ ਆਉਂਦੇ ਹੋਏ ਸੰਤ ਬਿਸ਼ਨ ਸਿੰਘ ਦੇ ਡੇਰੇ ਉਮਰਾਲੇ ਪਹੁੰਚੇ। ਉਸ ਸਮੇਂ ਸੰਤ ਪ੍ਰੇਮ ਸਿੰਘ ਜੀ ਪਾਸ 2 ਦਿਨ ਠਹਿਰੇ। ਉਮਰਾਲੇ ਤੋਂ ਚੱਲ ਕੇ ਲਾਹੌਰ ਆਉਣਾ। ਉਮਰਾਲੇ ਦੇ ਪਵਿੱਤਰ ਸਥਾਨ ਤੋਂ ਜਦੋਂ ਸੰਤਾਂ ਦੀ ਬੱਸ ਚੱਲਣ ਲੱਗੀ ਤਾਂ ਸਾਰੇ ਉਮਰਾਲੇ ਦੇ ਸਾਧੂਆਂ ਸਮੇਤ ਮਹੰਤ ਪ੍ਰੇਮ ਸਿੰਘ ਜੀ ਨੇ ਸੰਤਾਂ ਦਾ ਬਹੁਤ ਸਤਿਕਾਰ ਕੀਤਾ। ਜਦੋਂ ਬੱਸ ਡਰਾਈਵਰ ਬਖਸ਼ੀਸ਼ ਸਿੰਘ ਨੇ ਸਟਾਰਟ ਕੀਤੀ ਤਾਂ ਉਸ ਸਮੇਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀਆਂ ਗੂੰਜਾਂ ਪੈਣ ਲੱਗੀਆਂ। ਅਸਥਾਈ ਸੰਗਤ ਤੇ ਬੱਸ ਵਾਲੇ ਯਾਤਰੂਆਂ ਦੇ ਨੇਤਰ ਸੱਜਲ ਹੋ ਗਏ, ਭਾਵ ਸੰਗਤ ਦੇ ਵਿਛੋੜੇ ਦੇ ਕਾਰਨ ਸਾਰੀਆਂ ਸੰਗਤਾਂ ਵੈਰਾਗ ਕਰ ਰਹੀਆਂ ਸਨ।
ਅਖੀਰ ਬੱਸ ਲਾਹੌਰ ਵੱਲ ਨੂੰ ਚੱਲ ਪਈ। ਜਦੋਂ 10 ਕੁ ਮੀਲ ਆਏ ਤਾਂ ਸੰਗਤ ਨੇ ਫੁਰਨਾ ਕੀਤਾ ਕਿ ਡੇਰਾ ਸਾਹਿਬ ਗੁਰਦੁਆਰਾ, ਜੋ ਕਿ ਪੰਚਮ ਪਾਤਸ਼ਾਹ ਦਾ ਸ਼ਹੀਦੀ ਸਥਾਨ ਹੈ ਅਤੇ ਜੋ ਲਾਹੌਰ ਵਿਖੇ ਗੁਰੂ ਕੇ ਹੋਰ ਪਵਿੱਤਰ ਸਥਾਨ ਹਨ, ਦਰਸ਼ਨ ਕਰ ਚੱਲੀਏ। ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਸੰਤਾਂ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀਓ, ਲਾਹੌਰ ਦੇ ਪਵਿੱਤਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਸੰਗਤ ਨੂੰ ਕਰਵਾ ਕੇ ਲੈ ਚੱਲੋ। ਸੰਤ ਇਹ ਸੁਣ ਕੇ ਚੁੱਪ ਹੀ ਕਰ ਗਏ। ਬਾਬਾ ਜੀ ਨੇ ਫਿਰ 2 ਵਾਰ ਬੇਨਤੀ ਕੀਤੀ ਤਾਂ ਸੰਤਾਂ ਨੇ ਉੱਤਰ ਦਿੱਤਾ ਕਿ ਬਾਬਾ ਜੀ ਲਾਹੌਰ ਦੇ ਗੁਰਦੁਆਰਿਆਂ ਦੇ ਬਹੁਤ ਵਾਰੀ ਦਰਸ਼ਨ ਕੀਤੇ ਹਨ, ਹੁਣ ਜੇਠ ਸੁਦੀ ਚੌਥ ਨੂੰ ਫਿਰ ਆ ਕੇ ਦਰਸ਼ਨ ਕਰਾਂਗੇ। ਹੁਣ ਸਾਰੇ ਹੀ ਕਹਿਣ ਤੇ ਚੁੱਪ ਹੋ ਗਏ। ਬੱਸ ਆਪਣੀ ਚਾਲੇ ਸਫ਼ਰ ਮੁਕਾਂਦੀ ਚਲੀ ਗਈ। ਜਦੋਂ ਯਾਤਰੂਆਂ ਦੀ ਬੱਸ ਸਹਾਦਰੇ ਆਈ ਤਾਂ ਸਹਾਦਰੇ ਤੋਂ 2 ਸੜਕਾਂ ਹੋ ਜਾਂਦੀਆਂ ਹਨ। ਇੱਕ ਸੜਕ ਲਾਹੌਰ ਨੂੰ ਜਾਂਦੀ ਹੈ ਤੇ ਦੂਸਰੀ ਲਾਹੌਰ ਤੋਂ ਬਾਹਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਜਾਂਦੀ ਹੈ। ਇੱਥੋਂ ਸੰਤਾਂ ਨੇ ਆਪਣੀ ਬੱਸ ਦਾ ਰੁਖ ਲਾਹੌਰ ਵਾਲੀ ਸੜਕ ਵੱਲ ਮੋੜ ਲਿਆ। ਤਕਰੀਬਨ ਅੱਧੇ ਘੰਟੇ ਵਿੱਚ ਹੀ ਲਾਹੌਰ ਆ ਗਏ। ਸੰਤਾਂ ਨੇ ਆਪਣੀ ਬੱਸ ਡੇਰਾ ਸਾਹਿਬ ਗੁਰਦੁਆਰੇ ਦੇ ਮੈਦਾਨ ਵਿੱਚ ਖੜੀ ਕਰ ਦਿੱਤੀ। ਸਾਰੀ ਸੰਗਤ ਨੇ ਬੜੀ ਖੁਸ਼ੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਡੇਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਆਪਣੀ ਭੇਟਾ ਅਰਪਣ ਕੀਤੀ। ਹੁਣ ਸੰਤ ਜੀ ਮਹਾਰਾਜ ਗੁਰਦੁਆਰੇ ਤੋਂ ਨਿਕਲ ਕੇ ਨਾਲ ਦੀ ਸੜਕ, ਜੋ ਕਿ ਕਿਲੇ ਦੇ ਨਾਲ ਜਾਂਦੀ ਸੀ, ਚੱਲ ਪਏ। ਜਦੋਂ ਕੋਈ 500 ਗਜ ਪਰ ਗਏ ਤਾਂ ਕੀ ਤੱਕਿਆ, ਇੱਕ ਅਲਮਸਤ ਦਿਗੰਬਰ ਨਗਨ ਫਕੀਰ ਬੜੀ ਮਸਤੀ ਵਿੱਚ, ਨੇਤਰ ਮਿੱਟੇ ਹੋਏ, ਮੁਖੜਾ ਲਾਲ ਰੱਤਾ, ਮੁਖ ਉੱਪਰ ਨੂੰ ਚੱਕਿਆ ਹੋਇਆ ਤੇ ਇੱਕ ਬਾਂਹ ਵੀ ਉੱਪਰ ਨੂੰ ਚੁੱਕੀ ਹੋਈ, ਬੜੇ ਜਲਾਲ ਅਤੇ ਬੜੇ ਜੋਸ਼ ਨਾਲ ਉੱਚੀ ਆਵਾਜ਼ ਦੇ ਕੇ ਬੋਲਦਾ, ਅਨਲ ਹੱਕ। ਤਾਂ ਨੇੜੇ ਦੀ ਧਰਤੀ ਕੰਬ ਉੱਠਦੀ। ਕਾਫੀ ਦੁਨੀਆ ਇਸ ਫਕੀਰ ਦੇ ਇਸ ਅਨਲ ਹੱਕ ਆਵਾਜ਼ੇ ਨੂੰ ਸੁਣਨ ਹਿੱਤ 40 ਕਰਮ ਪਰ ਖੜੇ ਇਸ ਵੱਲ ਤੱਕ ਰਹੇ ਸਨ। ਸੰਤ ਮਹਾਰਾਜ ਜੀ ਫਕੀਰ ਤੋਂ 20 ਕਰਮ ਪਰ ਖੜੇ ਹੋ ਕੇ ਇਸ ਫਕੀਰ ਵੱਲ ਮਹਾਨ ਭਰਵੀਂ ਦ੍ਰਿਸ਼ਟੀ ਨਾਲ ਤੱਕ ਕੇ ਆਪਣੀ ਪਵਿੱਤਰ ਰਸਨਾ ਤੋਂ ਇਸ ਫਕੀਰ ਨੂੰ ਸੁਣਾ ਕੇ ਆਖਣ ਲੱਗੇ, ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ, ਆਪੇ ਜਾਣੇ ਜਾਣੋ। ਜਦੋਂ ਸੰਤਾਂ ਦੇ ਸ਼ਬਦ ਕਹੇ ਹੋਏ ਇਸ ਅਲਮਸਤ ਫਕੀਰ ਨੇ ਕੰਨੀ ਪਏ ਤਾਂ ਫਕੀਰ ਨੇ ਨੇਤਰ ਖੋਲ੍ਹੇ, ਸੰਤਾਂ ਵੱਲ ਤੱਕਿਆ। ਜਦੋਂ ਅਲਮਸਤ ਨੇ ਸੰਤ ਵੱਲ ਤੱਕਿਆ ਤਾਂ ਸੰਤਾਂ ਨੇ ਫਿਰ ਉਹੀ ਸ਼ਬਦ ਦੁਹਰਾਏ, ਉੱਚਾ ਨਹੀਂ ਕਹਿਣਾ, ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਸੰਤਾਂ ਦੇ ਇਹ ਸ਼ਬਦ ਕਹਿਣ ਦੀ ਦੇਰ ਸੀ ਕਿ ਅਲਮਸਤ ਇੱਕਦਮ ਆ ਕੇ ਉੱਚੀ ਰੋਣ ਲੱਗ ਪਿਆ। ਸੰਤਾਂ ਦੇ ਚਰਨ ਅਥਰੂਆਂ ਦੇ ਪਾਣੀ ਨਾਲ ਧੋ ਦਿੱਤੇ। ਫਿਰ ਸੰਤਾਂ ਨੇ ਕਿਰਪਾ ਭਰਿਆ ਹਸਤ ਕਮਲ ਇਸ ਫਕੀਰ ਦੇ ਸਿਰ ਉੱਪਰ ਰੱਖ ਕੇ ਧੀਰਜ ਦੇ ਕੇ ਆਪਣਾ ਚਰਨੈ ਤੋਂ ਉਠਾਇਆ। ਹੁਣ ਉਹ ਦੋਵੇਂ ਹੱਥ ਜੋੜ ਕੇ ਸੰਤਾਂ ਦੇ ਅੱਗੇ ਖਲੋ ਗਿਆ। ਸੰਤਾਂ ਨੇ ਇਹਦੇ ਮੋਢੇ ਉੱਪਰ ਹੱਥ ਰੱਖ ਕੇ ਸੋ ਬਚਨਾਂ ਦੁਆਰਾ ਉਪਦੇਸ਼ ਦਿੱਤਾ ਕਿ ਠੀਕ ਅਨਲ ਹੱਕ ਹੈ, ਪਰ ਇਹਦਾ ਨਿਸ਼ਚਾ ਫਕੀਰ ਦੇ ਚਿੱਤ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਆਮ ਲੋਕਾਂ ਨੂੰ ਇਹ ਵਾਕ ਸੁਣਾਉਣ ਦਾ ਕੋਈ ਖਾਸ ਮਤਲਬ ਨਹੀਂ, ਬਸ ਇਹੀ ਸੰਤਾਂ ਦਾ ਸ਼ੁਭ ਉਪਦੇਸ਼ ਸੀ। ਸਰਦਾਰ ਸਿਵਦੇਵ ਸਿੰਘ ਜੀ ਨੂੰ ਨਵੀਂ ਜ਼ਿੰਦਗੀ ਬਖਸ਼ਿਸ਼ ਕਰਨੀ। ਸਰਦਾਰ ਸਿਵ ਸਿੰਘ ਜੀ ਪੰਜਾਬ ਵਿੱਚ ਪਿੰਡ ਮੁਗਲਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਸਤਿਗੁਰੂ ਦੀ ਕਿਰਪਾ ਨਾਲ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਚੱਕ ਗਸਗੋਰੀਆਂ, ਤਹਿਸੀਲ ਉਕਾੜਾ ਵਿੱਚ ਮੁਰੱਬੇ ਮਿਲੇ ਹੋਏ ਸਨ। ਸੰਨ 1947 ਦੀ ਅਦਲਾ ਬਦਲੀ ਵਿੱਚ ਆਪ ਜੀ ਅੱਜ ਕੱਲ੍ਹ ਪਿੰਡ ਬੱਲੂਆਣਾ ਬੇਟਵਾ ਦੇ ਵਸਨੀਕ ਹਨ, ਜੋ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਫਾਜ਼ਿਲਕਾ ਵਿੱਚ ਹੈ। ਸਰਦਾਰ ਸਿਵ ਸਿੰਘ ਜੀ ਪਰ ਕਰਮਾਂ ਦਾ ਐਸਾ ਚੱਕਰ ਪਿਆ ਕਿ ਇਸ ਨੂੰ TB ਦੀ ਸਖਤ ਬਿਮਾਰੀ ਹੋ ਗਈ ਤੇ ਸਰੀਰ ਵਿੱਚ ਪਾਣੀ ਪੈ ਗਿਆ। ਲੱਤਾਂ ਬਾਹਾਂ ਪਰ ਸੋਜਿਸ ਵੀ ਪੈ ਚੁੱਕੀ ਸੀ। ਤਕਰੀਬਨ 2 ਸਾਲ ਸੋਲਨ TB ਹਸਪਤਾਲ ਵਿੱਚ ਰਹਿ ਕੇ ਇਲਾਜ ਵੀ ਕਰਾਇਆ। ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਮਰੀਜ਼ ਨੂੰ ਆਰਾਮ ਨਹੀਂ ਆ ਸਕਦਾ। ਅਖੀਰ ਸੋਲਨ ਤੋਂ ਘਰ ਲੈ ਆਂਦਾ। ਮੇਰੇ ਵਾਹਿਗੁਰੂ ਨੇ ਦਿਲ ਵਿੱਚ ਫੁਰਨਾ ਪੈਦਾ ਕੀਤਾ ਕਿ ਹੁਣ ਮਰ ਤਾਂ ਜਾਣਾ ਹੀ ਹੈ, ਚਲੋ ਜਾਂਦੀ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ਼ਨਾਨ ਕਰ ਆਈਏ। ਆਪਣੀ ਅਰਧੰਗੀ ਨੂੰ ਨਾਲ ਲੈ ਕੇ ਪਿੰਡ ਸਰਦਾਰ ਅਜੈਪਾਲ ਸਿੰਘ ਜੀ ਦੇ ਘਰ ਆ ਗਿਆ। ਸਰਦਾਰ ਅਜੈਪਾਲ ਸਿੰਘ ਜੀ ਸਿਵਦੇਵ ਸਿੰਘ ਜੀ ਦੇ ਜੀਜਾ ਜੀ ਸਨ। ਭਾਵ ਸਰਦਾਰ ਅਜੈਪਾਲ ਸਿੰਘ ਜੀ ਦੇ ਘਰ ਸਰਦਾਰ ਸਿਵ ਸਿੰਘ ਜੀ ਦੀ ਭੈਣ ਰਘਵੀਰ ਕੌਰ ਵਿਆਹੀ ਸੀ। ਜਦੋਂ ਭੈਣ ਤੇ ਜੀਜੇ ਨੇ ਸਰਦਾਰ ਸਿਵ ਸਿੰਘ ਜੀ ਦੇ ਸਰੀਰ ਦੀ ਹਾਲਤ ਬਹੁਤ ਕਮਜ਼ੋਰ ਦੇਖੀ ਤਾਂ ਬਿਮਾਰੀ ਦੀ ਹਾਲਤ ਦੇਖ ਕੇ ਬੜੇ ਹੈਰਾਨ ਹੋ ਗਏ।
ਸਲਾਹ ਦਿੱਤੀ ਕਿ ਕੱਲ੍ਹ ਨੂੰ ਸੰਤ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਵਿੱਚ ਹੋਣਗੇ, ਉਹਨਾਂ ਪਾਸ ਜਾ ਕੇ ਬੇਨਤੀਆਂ ਕਰੀਏ। ਸ਼ਾਇਦ ਮਹਾਂਪੁਰਖ ਰੇਖ ਵਿੱਚ ਮੇਖ ਮਾਰ ਦੇਣ ਅਤੇ ਨਿਰੰਕਾਰ ਇਹਨਾਂ ਮਹਾਂਪੁਰਖਾਂ ਦੀਆਂ ਬੇਨਤੀਆਂ ਸੁਣ ਲਵੇ ਤੇ ਸਰਦਾਰ ਸਿਵ ਸਿੰਘ ਜੀ ਦੀ ਜਾਨ ਬਖਸ਼ੀ ਹੋ ਜਾਵੇ। ਸਰਦਾਰ ਅਜੈਪਾਲ ਸਿੰਘ ਜੀ, ਇਸ ਦੀ ਪਤਨੀ ਰਘਵੀਰ ਕੌਰ, ਸਰਦਾਰ ਸਿਵ ਸਿੰਘ ਤੇ ਸਰਦਾਰ ਸਿਵ ਸਿੰਘ ਦੀ ਪਤਨੀ ਬੀਬੀ ਕਿਰਪਾਲ ਕੌਰ ਅਤੇ ਹੋਰ ਵੀ ਸੰਤਾਂ ਦੇ ਸ਼ਰਧਾਲੂ ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਸੰਤਾਂ ਦਾ ਪਤਾ ਕੀਤਾ ਕਿ ਕਿੱਥੇ ਮਿਲਣਗੇ। ਦੱਸਣ ਵਾਲੇ ਪ੍ਰੇਮੀ ਨੇ ਦੱਸਿਆ ਕਿ ਇਸ ਸਮੇਂ ਸੰਤ ਮਹਾਰਾਜ ਜੀ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਵਿੱਚ ਬਸਤੀ ਰਾਮ ਜੀ ਦੇ ਬੁੰਗੇ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਠਹਿਰੇ ਹੋਏ ਹਨ। ਗੁਰਸਿੱਖਾਂ ਦੇ ਕੋਲੋਂ ਇਹ ਬਚਨ ਸੁਣ ਕੇ ਇਸ ਜਥੇ ਨੂੰ ਬੜੀ ਪ੍ਰਸੰਨਤਾ ਹੋਈ। ਇਹ ਜਥਾ ਖੁਸ਼ੀ ਦਾ ਭਰਿਆ ਹੋਇਆ ਚਾਈ ਚਾਈ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਵਿੱਚ ਬਸਤੀ ਰਾਮ ਜੀ ਦੇ ਬੁੰਗੇ ਆਏ। ਜਾਂਦਿਆਂ ਨੂੰ ਹੀ ਸੰਤ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ। ਸਾਰੇ ਜਥੇ ਨੇ ਬੜੀ ਸ਼ਰਧਾ ਦੇ ਪ੍ਰੇਮ ਸਿਦਕ ਨਾਲ ਸੰਤਾਂ ਨੂੰ ਨਮਸਕਾਰ ਕੀਤੀ ਤੇ ਸਾਰਿਆਂ ਨੇ ਆਪੋ ਆਪਣੀ ਭੇਟਾ ਵੀ ਅਰਪਣ ਕੀਤੀ। ਉਪਰੰਤ ਸਰਦਾਰ ਅਜੈਪਾਲ ਸਿੰਘ ਦੇ ਸਾਰੇ ਪਰਿਵਾਰ ਨੇ ਮਿਲ ਕੇ ਸਰਦਾਰ ਸਿਵ ਸਿੰਘ ਜੀ ਦੀ ਬਿਮਾਰੀ ਦੀ ਬਾਬਤ ਬੇਨਤੀਆਂ ਕੀਤੀਆਂ। ਸੰਤ ਮਹਾਰਾਜ ਜੀ ਨੇ ਸੰਤ ਹਰਨਾਮ ਸਿੰਘ ਜੀ ਨੂੰ ਕਿਹਾ ਕਿ ਸੰਤ ਜੀ, ਇਸ ਮਰੀਜ਼ ਨੂੰ ਤੱਕੋ, ਕਿਉਂਕਿ ਸੰਤ ਹਰਨਾਮ ਸਿੰਘ ਜੀ ਮਹਾਨ ਵੈਦ ਸਨ। ਸੰਤ ਮਹਾਰਾਜ ਦੇ ਕਹਿਣ ਤੇ ਸੰਤ ਹਰਨਾਮ ਸਿੰਘ ਜੀ ਨੇ ਆਪਣੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਆਪ ਵੀ ਤਫਤੀਸ਼ ਕੀਤੀ ਅਤੇ ਸਰਦਾਰ ਸਿਵਦੇਵ ਸਿੰਘ ਜੀ ਤੋਂ ਵੀ ਸਾਰੀ ਹਾਲਤ ਦੀ ਪੁੱਛਗਿੱਛ ਕੀਤੀ। ਅਖੀਰ ਸੰਤ ਹਰਨਾਮ ਸਿੰਘ ਜੀ ਨੇ ਜਵਾਬ ਦੇ ਦਿੱਤਾ ਕਿ ਇਹ ਮਰੀਜ਼ ਰਾਜੀ ਹੋਣ ਵਾਲਾ ਨਹੀਂ। ਹੁਣ ਤਾਂ ਸਰਦਾਰ ਸਿਵ ਸਿੰਘ ਦੀ ਪਤਨੀ ਕਿਰਪਾਲ ਕੌਰ ਤਾਂ ਰੋਣ ਲੱਗ ਪਈ ਅਤੇ ਰੋਂਦੀ ਰੋਂਦੀ ਸੰਤ ਮਹਾਰਾਜ ਦੇ ਚਰਨੀ ਢਹਿ ਪਈ। ਫਿਰ ਸੰਤ ਜੀ ਨੇਤਰ ਮੀਟ ਕੇ ਸਮਾਧੀ ਸਥਿਤ ਹੋ ਬੈਠੇ। ਇਸ ਤਰ੍ਹਾਂ ਵਿਰਾਗਮਈ ਸਮਾਂ ਤਕਰੀਬਨ 10 ਮਿੰਟ ਤੱਕ ਰਿਹਾ। 10 ਮਿੰਟਾਂ ਤੋਂ ਬਾਅਦ ਸੰਤਾਂ ਦੇ ਕਮਲ ਜੈਸੇ ਨੇਤਰ ਖੁੱਲ੍ਹੇ ਤੇ ਆਪਣੀ ਰਸਨਾ ਤੋਂ ਕਿਹਾ ਕਿ ਅਜੈਪਾਲ ਸਿੰਘ ਜੀ, ਸਰਦਾਰ ਸਿਵ ਸਿੰਘ ਜੀ ਦੀ ਆਯੂ ਹੁਣ ਖਤਮ ਹੈ। ਜਦੋਂ ਸੰਤਾਂ ਦੀ ਰਸਨਾ ਤੋਂ ਇਹ ਬਚਨ ਸੁਣਿਆ ਤਾਂ ਸਾਰਾ ਜਥਾ ਹੀ ਉੱਚੀ ਉੱਚੀ ਰੋਣ ਲੱਗ ਪਿਆ। ਹੁਣ ਤਾਂ ਪਰਿਕਰਮਾ ਦੀ ਸੰਗਤ ਵੀ ਖੜੋ ਖੜੋ ਕੇ ਤੱਕਦੀ ਕਿ ਇਸ ਬੁੰਗੇ ਵਿੱਚ ਰੋਣ ਦੀ ਆਵਾਜ਼ ਕਿਉਂ ਆਉਂਦੀ ਹੈ, ਇੱਥੇ ਕੀ ਕਾਰਨ ਹੋ ਗਿਆ ਹੈ। ਹੁਣ ਸਾਰੇ ਪਰਿਵਾਰ ਨੇ ਮਿਲ ਕੇ ਸੰਤਾਂ ਪਾਸ ਬਹੁਤ ਬੇਨਤੀਆਂ ਕੀਤੀਆਂ। ਸੰਤ ਇਹਨਾਂ ਦਾ ਰੋਣਾ ਸੁਣ ਕੇ ਦਰੀਵੀਭੂਤ ਹੋ ਗਏ। ਫਿਰ ਸੰਤਾਂ ਦੀ ਰਸਨਾ ਤੋਂ ਅੰਮ੍ਰਿਤਮਈ ਬਚਨ ਨਿਕਲੇ, ਪਿਆਰਿਓ ਤੇ ਗੁਰੂ ਸਵਾਰਿਓ, ਰੋਵੋ ਨਾ। ਤੁਹਾਡੇ ਵਿੱਚੋਂ ਜੋ ਸਰਦਾਰ ਸਿਵ ਸਿੰਘ ਦਾ ਬਹੁਤ ਹਿਤੂ ਹੈ, ਸੋ ਆਪਣੀ ਉਮਰ ਦਾ ਅੱਧਾ ਹਿੱਸਾ ਅਰਦਾਸ ਕਰਾ ਦੇਵੋ ਤਾਂ ਅਸੀਂ ਨਿਰੰਕਾਰ ਪਾਸ ਸਵਾਸ ਕਰ ਦਿੰਦੇ ਹਾਂ। ਇਹ ਸੰਤਾਂ ਦਾ ਅੰਮ੍ਰਿਤਮਈ ਬਚਨ ਸੁਣ ਕੇ ਸਰਦਾਰ ਸਿਵ ਸਿੰਘ ਦੀ ਪਤਨੀ ਕਿਰਪਾਲ ਕੌਰ ਨੇ ਦੋਵੇਂ ਹੱਥ ਜੋੜ ਕੇ ਸੱਜਲ ਨੇਤਰਾਂ ਨਾਲ ਬੇਨਤੀ ਕੀਤੀ, ਗਰੀਬ ਨਵਾਜ਼ ਜੀਓ ਤੇ ਮੁਰਦੇ ਨੂੰ ਜਿੰਦ ਦੇਣ ਵਾਲੇ ਦਾਤਾ ਜੀਓ, ਦਾਸ ਦੀ ਉਮਰ ਹਾਜ਼ਰ ਹੈ। ਸੰਤ ਮਹਾਰਾਜ ਨੇ ਮਹਾਨ ਕਿਰਪਾ ਕਰਕੇ ਕਿਹਾ ਕਿ ਅਕਾਲ ਤਖਤ ਸਾਹਿਬ ਕੜਾ ਪ੍ਰਸਾਦ ਕਰਵਾ ਕੇ ਆਪਣੀ ਉਮਰ ਦਾ ਆਪ ਹੀ ਅਰਦਾਸਾ ਕਰਾ ਦੇਵੋ। ਉਸ ਸਮੇਂ ਸਰਦਾਰ ਸਿਵ ਸਿੰਘ ਸਮੇਤ ਸਾਰੀ ਸੰਗਤ ਕੜਾ ਪ੍ਰਸਾਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਗਏ। ਬਹੁਤ ਸ਼ਰਧਾ ਭਰੇ ਹਿਰਦਿਆਂ ਨਾਲ ਤੇ ਪ੍ਰੇਮ ਸਹਿਤ ਅਰਦਾਸ ਕੀਤੀ ਕਿ ਹਜੂਰ ਦਲ ਭੰਜਨ ਗੁਰੂ ਸੂਰਮਾ ਯੋਧਾ ਬਹੁ ਵੱਡ ਪਰਉਪਕਾਰੀ, ਮੀਰੀ ਪੀਰ ਦੇ ਮਾਲਕ ਬੰਦੀ ਛੋੜ ਨਿਰੰਕਾਰੀ ਜੋਤ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਓ, ਸਰਦਾਰ ਸਿਵ ਸਿੰਘ ਜੀ ਦੀ ਸੁਪਤਨੀ ਆਪਣੀ ਆਯੂ ਦਾ ਅੱਧਾ ਹਿੱਸਾ ਆਪਣੇ ਪਤੀ ਦੇਵ ਜੀ ਨੂੰ ਅਰਪਣ ਕਰਦੀ ਹੈ। ਆਪ ਜੀ ਮਿਹਰ ਤੇ ਕਿਰਪਾਲਤਾ ਕਰਕੇ ਬੀਬੀ ਕਿਰਪਾਲ ਕੌਰ ਦੀ ਆਯੂ ਸਰਦਾਰ ਸਿਵ ਸਿੰਘ ਜੀ ਨੂੰ ਬਖਸ਼ ਕੇ ਸਰਦਾਰ ਸਿਵ ਸਿੰਘ ਨੂੰ ਤੰਦਰੁਸਤੀ ਦੀ ਜ਼ਿੰਦਗੀ ਬਖਸ਼ੋ। ਉਸੇ ਸਮੇਂ ਸਰਦਾਰ ਸਿਵ ਸਿੰਘ ਦੀ ਜ਼ਿੰਦਗੀ ਵਿੱਚ ਪਲਟਾ ਆ ਗਿਆ। ਅੱਜ ਹੋਰ ਕੱਲ੍ਹ ਹੋਰ ਸਰੀਰ ਨੂੰ ਦਵਾਈ ਫਿੱਟ ਬੈਠਣ ਲੱਗ ਪਈ। 1-2 ਮਹੀਨੇ ਵਿੱਚ ਹੀ ਸਰੀਰ ਬਿਲਕੁਲ ਰਾਜੀ ਹੋ ਗਿਆ। ਸਰਦਾਰ ਸਿਵ ਸਿੰਘ ਜੀ ਅੰਮ੍ਰਿਤਧਾਰੀ ਕਕਾਰਾਂ ਦੀ ਪੂਰਨ ਰਹਿਤ ਰੱਖਣ ਵਾਲੇ, ਨਿਤਨੇਮੀ ਸਿਮਰਨ ਭਜਨ ਵਾਲੇ, ਗੁਰਮੁਖਾਂ ਵਾਲੀ ਜ਼ਿੰਦਗੀ ਅੱਜ ਤੱਕ ਬਸਰ ਕਰ ਰਹੇ ਹਨ ਅਤੇ ਗੁਰੂ ਘਰ ਨੂੰ ਦਸਵੰਧ ਦੇ ਕੇ ਕਮਾਈ ਸਫਲੀ ਕਰਦੇ ਹਨ। ਸਾਲ ਦੇ ਸਾਲ ਸੰਤ ਮਹਾਰਾਜ ਜੀ ਦੀ ਬਰਸੀ ਸਮੇਂ ਸੰਤਗੜ੍ਹ ਆ ਕੇ ਸੰਤਾਂ ਦੀ ਪਵਿੱਤਰ ਭੂਮੀ ਦੀ ਧੂੜੀ ਨੂੰ ਚੁੰਮ ਕੇ ਮੱਥੇ ਪਰ ਲਾ ਕੇ ਆਪਣਾ ਜੀਵਨ ਸਫਲਾ ਕਰਦੇ ਹਨ। ਗੁਰੂ ਕਿਰਪਾ ਕਰਕੇ ਸਰਦਾਰ ਸਿਵ ਸਿੰਘ ਦਾ ਪ੍ਰੇਮ ਇਸੇ ਤਰ੍ਹਾਂ ਨਿਭ ਜਾਵੇ ਤੇ ਜ਼ਿੰਦਗੀ ਸਫਲ ਹੋ ਜਾਵੇ।